भी इस कौम नूं चिन्ह ना दिओ। जदों इन्हां नूं चिन्ह या सिंबल देते इन्हां च सॉवरनिटी आ जिहड़ी ओह एडी स्ट्रोंग आ, इन्हां ने फिर उठ खड़ना। ये अज सानूं क्यों कहंदे आ भुल जो 84 नूं, क्योंकि इन्हां नूं पता इन्हां ने चिन्ह देता एक बहुत बड़ा। नवंबर 84 बहुत बड़ा चिन्ह देता। ਉਹ ਗੁਲਾਮੀ ਨੂੰ ਹੁਣ ਅਸੀਂ ਖੁਦ ਮੁਖਤਿਆਰੀ ਤੋਂ ਗਲੋਂ ਲਾ ਦਈਏ ਜਾਂ ਆਜ਼ਾਦੀ ਦੇ ਨਾਲ ਲਾ ਦਈਏ, ਲਾਵਾਂਗੇ। ਕਿਉਂ ਨਹੀਂ ਸਟੈਂਡ ਕਿਸੇ ਹੋਰ ਪਾਰਟੀ ਨੇ ਲਿਆ? ਇਹੀ ਸਟੈਂਡ ਲੈਣ ਵਾਲੀ ਸਾਨੂੰ ਸਿਆਸਤ ਖੜੀ ਕਰਨੀ ਪੈਣੀ ਹੈ, ਜਿਹੜੀ ਕੱਲ ਨੂੰ ਜਦੋਂ ਕੋਈ ਸੰਘਰਸ਼ ਪੰਜਾਬ ਦੇ ਲੋਕ ਵਿੱਢਣ ਉਹ ਕਹਿਣ ਨਾਲ ਖੜੇ ਆ। ਸਟੇਟ 'ਚ ਵੜ ਕੇ ਦਿਖਾਇਓ ਤੁਸੀਂ। ਗੁਲਾਮਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਹੁੰਦੇ, ਗੁਲਾਮਾਂ ਨੂੰ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ, ਉਹਨਾਂ ਤੇ ਮਾਲਾ ਸਿੱਟੀ ਜਾਂਦੀਆਂ ਇੱਕ ਤੇ ਆਪਦੇ ਉਹਦੇ 'ਚ ਮੋਤੀ ਜੇ ਵੰਡ ਕੇ ਆਪਦੀਆਂ ਜੇਬ 'ਚ ਪਾ ਕੇ ਉਹ ਘਰਾਂ ਨੂੰ ਤੁਰ ਜਾਂਦੇ ਆ। ਹੁਣ ਇਹ ਅਸੀਂ ਡਿਸਾਈਡ ਕਰ ਲਈਏ ਵੀ ਅਸੀਂ ਖਰਾਤਾਂ ਲੈਣੀਆਂ ਕਿ ਹੱਕ ਲੈਣੇ। ਵੀ ਕੋਈ ਨਹੀਂ, ਖੜੇ ਆ, ਕਿਉਂਕਿ ਸੱਚ ਦੀ ਬਹੁਤ ਵੱਡੀ ਪਾਵਰ ਹੁੰਦੀ ਆ। ਉਹਨੇ ਨਿੱਤਰ ਕੇ ਸਾਹਮਣੇ ਆਉਣਾ ਹੀ ਹੁੰਦਾ। ਜਿਹੜਾ ਮਰਜੀ ਜਿੰਨਾ ਮਰਜੀ ਸਾਜ਼ਿਸ਼ ਘੜ ਲੈ, ਜਿੰਨੀ ਮਰਜੀ ਕੋਈ ਜ਼ੋਰ ਲਾ ਲੈ। ਅਦਾਕਾਰ ਦੀਪ ਸਿੱਧੂ ਨੇ ਸ਼ੰਭੂ ਮੋਰਚੇ 'ਚ ਭਾਸ਼ਣ ਦੌਰਾਨ ਕਿਹਾ ਕਿ ਨਵੰਬਰ 1984 'ਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ, ਜਿਸ ਤੋਂ ਸਾਨੂੰ ਕੁਝ ਸਿੱਖਣ ਦੀ ਲੋੜ ਹੈ। ਉਹਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਵਰਤਾਰਿਆਂ ਤੋਂ ਕੁਝ ਸਿੱਖਿਆ ਹੁੰਦਾ ਤਾਂ ਅੱਜ ਪੰਜਾਬ 'ਚ ਇੰਨੀਆਂ ਜਥੇਬੰਦੀਆਂ ਬਣਾਉਣ ਦੀ ਕੋਈ ਲੋੜ ਨਹੀਂ ਸੀ। ਫੌਜ ਚੜ ਕੇ ਆ ਗਈ, ਅਥਰੂ ਗੈਸ ਦੇ ਗੋਲੇ, ਟੈਂਕ, ਮਸ਼ੀਨ ਗੰਨਾਂ, ਈਵਨ ਹੈਲੀਕਾਪਟਰ ਖੜਾ ਕੇ ਉੱਥੋਂ ਫਾਇਰਿੰਗ ਹੋ ਰਹੀ ਆ। ਸੋ ਤੁਸੀਂ ਆਪਾਂ ਸੋਚ ਸਕਦੇ ਹਾਂ ਵੀ ਉੱਥੇ ਐਡੀ ਵੱਡੀ ਸਾਜ਼ਿਸ਼ ਅਧੀਨ ਤੁਸੀਂ ਆ ਕੇ ਹਮਲਾ ਕਰਦੇ ਹੋ। ਉਹਦੇ ਪਿੱਛੇ ਵਿਚਾਰਧਾਰਾ ਕੀ ਪਈ ਆ? ਵਿਚਾਰਧਾਰਾ ਇਹ ਪਈ ਆ ਵੀ ਇਹਨਾਂ ਨੂੰ ਜੜੋਂ ਪੱਟੋ। ਜਦੋਂ ਜੜੋਂ ਪੱਟੋ ਦੀ ਗੱਲ ਆ, ਅੱਛਾ ਇਹ ਗੱਲ ਅਬਦਾਲੀ ਨੇ ਸਮਝ ਲਈ ਸੀ ਵੀ ਇਸ ਕੌਮ ਨੂੰ ਚਿੰਨ੍ਹ ਨਾ ਦਿਓ। ਜਦੋਂ ਇਹਨਾਂ ਨੂੰ ਚਿੰਨ੍ਹ ਜਾਂ ਸਿੰਬਲ ਦੇਤੇ, ਇਹਨਾਂ 'ਚ ਸੋਵਰਨਿਟੀ ਆ ਜਿਹੜੀ ਉਹ ਐਡੀ ਸਟਰੋਂਗ ਆ, ਇਹਨਾਂ ਨੇ ਫੇਰ ਉੱਠ ਖੜਨਾ। ਅੱਛਾ, ਔਰ ਇਹ ਗੱਲ ਅੰਗਰੇਜ਼ਾਂ ਨੇ ਵੀ ਸਮਝ ਲਈ ਸੀ। ਅੰਗਰੇਜ਼ ਹਿੰਦੁਸਤਾਨ 'ਚ ਹਰ ਧਰਮ ਨੂੰ ਉਹਨਾਂ ਦੇ ਅਨੁਸਾਰ ਚਲਾਉਣ ਦੀ ਖੁੱਲ੍ਹ ਸੀ, ਇਕੱਲੇ ਸਿੱਖ ਧਰਮ ਨੂੰ ਨਹੀਂ ਸੀ। ਸਾਡੇ ਤੇ ਪੂਰੀ ਨਿਗਾਹ ਹੁੰਦੀ ਸੀ, ਮਹਾਨਤਾਂ ਦੇ ਥਰੂ ਸਾਡੇ ਸਿੱਖ ਧਰਮ ਨੂੰ ਕੰਟਰੋਲ ਕਰਕੇ ਰੱਖਿਆ ਹੋਇਆ ਸੀ। ਤਾਂ ਹੀ ਤਾਂ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਚੱਲੀ, ਮੋਰਚੇ ਲੱਗੇ, ਹੈ ਨਾ। ਸੋ ਨਨਕਾਣਾ ਸਾਹਿਬ ਜਿਹੜਾ ਸਾਕਾ ਹੋਇਆ, ਹਾਂ ਬਾਬਾ ਦਿੱਤ ਸਿੰਘ ਜੀ। ਸੋ ਇਹ ਗੱਲ ਇਹਨਾਂ ਦੇ ਸਮਝ 'ਚ ਨਹੀਂ ਆਈ। ਇਹ ਅੱਜ ਸਾਨੂੰ ਕਿਉਂ ਕਹਿੰਦੇ ਆ ਭੁੱਲ ਜੋ 84 ਨੂੰ, ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੇ ਚਿੰਨ੍ਹ ਦੇਤਾ ਇੱਕ ਬਹੁਤ ਵੱਡਾ। ਨਵੰਬਰ 84 ਬਹੁਤ ਵੱਡਾ ਚਿੰਨ੍ਹ ਦੇਤਾ। ਵਾਰ-ਵਾਰ ਜਦੋਂ ਸਾਡੇ ਤੇ ਜ਼ੁਲਮ ਜ਼ਬਰ ਹੋਊਗਾ, ਸਾਡੇ ਅੰਦਰ ਉੱਠਦੀ ਰਹੂਗੀ ਗੱਲ, ਪਰ ਉੱਥੋਂ ਸਿੱਖਣ ਦੀ ਜ਼ਰੂਰਤ ਆ। ਅਸੀਂ ਸਿੱਖਿਆ ਕੀ ਆ? ਅਸੀਂ ਖਤਾ ਕਿੱਥੇ ਖਾਧੀ? ਅਸੀਂ ਸਿੱਖਿਆ ਹੀ ਨਹੀਂ ਕਦੇ। ਉਹਨਾਂ ਵਰਤਾਰਿਆਂ ਤੋਂ ਸਿੱਖ ਕੇ ਤਾਂ ਚੱਲੇ ਹੀ ਨਹੀਂ। ਕਿਉਂ ਨਹੀਂ? ਜੇ ਸਿੱਖਿਆ ਹੁੰਦਾ ਫਿਰ ਤੁਹਾਨੂੰ ਲੱਗਦਾ ਵੀ ਇੰਨੀਆਂ ਜਥੇਬੰਦੀਆਂ ਹੋਣੀਆਂ ਸੀ, ਇੰਨੇ ਵਿਚਾਰ ਹੋਣੇ ਸੀ? ਕੋਈ ਗੁਰਮਤ ਵਾਲੀ ਤਾਂ ਗੱਲ ਹੀ ਨਹੀਂ ਕਰਦਾ। ਪਹਿਲਾਂ ਬੰਦੇ ਇਕੱਠੇ ਹੋ ਜਾਂਦੇ ਆ, ਇੱਕ ਜਥੇਬੰਦੀ ਬਣਾ ਲੈਂਦੇ ਆ, ਵਿਚਾਰਾਂ ਤੇ ਬਾਅਦ 'ਚ ਬੈਠਦੇ ਆ। ਵਿਚਾਰਾਂ ਤੇ ਪਹਿਲਾਂ ਬਹਿਣਾ ਚਾਹੀਦਾ, ਫਿਰ ਜਥੇਬੰਦੀ ਬਣਨੀ ਚਾਹੀਦੀ ਆ। ਅਸੀਂ ਤਾਂ ਉਲਟਾ ਚੱਲਣ ਲੱਗ ਗਏ। ਕਦੇ ਉਹ ਚਿੰਨ੍ਹਾਂ ਤੋਂ ਤਾਂ ਕੁਛ ਸਿੱਖਿਆ ਹੀ ਨਹੀਂ ਅਸੀਂ। ਵਾਪਸ ਗੱਲ ਅਸੀਂ ਆ ਰਹੇ ਹਾਂ ਉਸ ਗੱਲ ਤੇ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ, ਖਾਲਿਸਤਾਨ ਦਾ ਨਾਰਾ ਲੱਗਿਆ, ਜਿਵੇਂ ਰਿਐਕਟ ਹੋਇਆ, ਜਿਵੇਂ ਤੌਹਮਤਾਂ ਲੱਗੀਆਂ, ਲਾਹਨਤਾਂ ਪਾਈਆਂ ਗਈਆਂ ਵੀ ਤੁਹਾਡੇ ਤੇ ਸਰਕਾਰ 'ਚ ਫਰਕ ਕੀ ਰਹਿ ਗਿਆ। ਮੈਂ ਤਾਂ ਆਪ ਮੰਨਦਾ, ਮੈਂ ਤਾਂ ਆਪ ਇਸ ਗੱਲ ਤੇ ਹੈਰਾਨ ਹਾਂ ਵੀ ਇਸ ਮੰਚ ਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਫਿਰ ਉਹ ਤਾਂ ਦਿਖਾਵਾ ਲੱਗਣ ਲੱਗ ਜੂਗੀ। ਸਰਕਾਰ ਵੀ ਐਂ ਕਰਦੀ ਆ ਤੇ ਆਪਾਂ ਵੀ ਉਵੇਂ ਹੀ ਕਰ ਰਹੇ ਹਾਂ, ਫਿਰ ਫਰਕ ਕੀ ਰਹਿ ਗਿਆ? ਪਰ ਇਸ ਗੱਲ ਤੇ ਤਾਂ ਵਿਚਾਰ ਹੋਣੀ ਚਾਹੀਦੀ ਸੀ ਨਾ। ਇਹ ਗੱਲ ਨੂੰ, ਇਹ ਵਰਤਾਰੇ ਨੂੰ ਸਮਝਣਾ ਚਾਹੀਦਾ ਸੀ ਨਾ। ਹੋਇਆ ਕਿਉਂ? ਅਸੀਂ ਤਾਂ ਫੇਰ ਨਿਖੜ ਕੇ ਬਹਿ ਗਏ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਗਏ। ਸੋ
ਮੈਨੂੰ ਐਂ ਲੱਗਦਾ ਸਾਨੂੰ ਸਾਡੇ ਅੰਦਰ ਨਾ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਣ ਦੀ ਜਾਂ ਉਹ ਮਾਨਸਿਕਤਾ, ਅੱਜ ਮੈਂ ਕੁਝ ਕਹਿਣ ਲੱਗ ਜਾਂਦਾ, ਮੈਂ ਐਂ ਕਹਿੰਦਾ ਵੀ ਆਹ ਸਾਰੇ ਬੰਦੇ ਮੇਰੀਆਂ ਗੱਲਾਂ ਮੰਨਣ, ਜਿਹੜਾ ਨਹੀਂ ਮੰਨਦਾ ਉਹ ਵਿਰੋਧੀ ਹੋ ਗਿਆ ਮੇਰਾ। ਇਸ ਲੈਵਲ ਤੱਕ ਪਹੁੰਚ ਜਾਂਦੇ ਆ। ਅੱਛਾ, ਜਿਹੜਾ ਨਹੀਂ ਮੰਨਦਾ ਉਹਨੇ ਜੇ ਆਪਦੀ ਗੱਲ ਕਹੀ ਤੇ ਜੇ ਇਹ ਮਾਨਸਿਕਤਾ ਹੋਊ, ਉਹਨੂੰ ਵਿਰੋਧੀ ਮੰਨ ਕੇ ਮੇਰੇ 'ਚ ਤਲਖੀ ਆਉਣੀ ਸੁਭਾਵਿਕ ਆ, ਮੇਰੇ 'ਚ ਕਠੋਰਤਾ ਆਉਣੀ, ਮੇਰੀ ਭਾਸ਼ਾ ਤੇ ਕੰਟਰੋਲ ਨਹੀਂ ਰਹਿਣਾ, ਇਹ ਵੀ ਗੱਲ ਸੁਭਾਵਿਕ ਆ। ਸੋ ਇਹ ਜਿਹੜੀ ਮਾਨਸਿਕਤਾ ਮੈਂ ਪਿਛਲੇ 4-5 ਦਿਨਾਂ 'ਚ ਸਮਝੀ ਹੈ ਨਾ, ਸਾਨੂੰ ਆਪਦੇ ਕਿਰਦਾਰਾਂ ਤੇ ਵੀ ਕੰਮ ਕਰਨਾ ਪਊਗਾ। ਸਾਡੇ ਸਮਾਜਿਕ ਬਣਤਰ ਤੇ, ਹਾਂਜੀ, ਸਾਨੂੰ ਸਾਡੇ ਕਿਰਦਾਰਾਂ ਤੇ, ਸਮਾਜਿਕ ਬਣਤਰ ਤੇ, ਸਾਡੀ ਸਿਆਸਤ ਤੇ, ਅਸੀਂ ਤਾਂ ਬਹੁਤ ਜ਼ਿਆਦਾ ਉਹਨਾਂ ਅਮਲਾਂ ਤੋਂ ਦੂਰ ਚਲੇ ਗਏ ਆ ਜਿੱਥੇ ਗੁਰੂਆਂ ਨੇ ਸਾਨੂੰ ਲਾਇਆ ਸੀ। ਸਾਨੂੰ ਇਹ ਸਾਰੀਆਂ ਚੀਜ਼ਾਂ ਤੇ ਡੈਫੀਨੇਟਲੀ ਕੰਮ ਕਰਨਾ ਪਊਗਾ। ਨਿਰਾਸ਼ ਤਾਂ ਮੇਰੇ 'ਚ ਤਾਂ ਨਹੀਂ ਆਈ, ਜਮਾਂ ਹੀ ਨਹੀਂ ਆਈ ਵੀ ਕੋਈ ਨਹੀਂ, ਖੜੇ ਆ, ਕਿਉਂਕਿ ਸੱਚ ਦੀ ਬਹੁਤ ਵੱਡੀ ਪਾਵਰ ਹੁੰਦੀ ਆ। ਉਹਨੇ ਨਿੱਤਰ ਕੇ ਸਾਹਮਣੇ ਆਉਣਾ ਹੀ ਹੁੰਦਾ, ਜਿਹੜਾ ਮਰਜ਼ੀ ਜਿੰਨਾ ਮਰਜ਼ੀ ਸਾਜ਼ਿਸ਼ ਘੜ ਲੇ, ਜਿੰਨੀ ਮਰਜ਼ੀ ਕੋਈ ਜ਼ੋਰ ਲਾ ਲੇ। ਪਰ ਨਾਲ ਦੀ ਨਾਲ ਸਪਸ਼ਟਤਾ ਮੇਰੇ 'ਚ ਇਹ ਗੱਲ ਆ ਗਈ। ਇੱਕ ਤਾਂ ਜਿਹੜੇ ਪੁੱਛਦੇ ਸੀ ਵੀ ਦੀਪ ਸਿੱਧੂ ਦਾ ਨੈਰੇਟਿਵ ਕੀ ਆ, ਮੈਂ ਤੁਹਾਨੂੰ ਜਿਵੇਂ ਕਿਹਾ, ਨੈਰੇਟਿਵ ਸਾਡੀ ਗੁਲਾਮੀ ਗਲੋਂ ਲਾਉਣਾ। ਉਹ ਗੁਲਾਮੀ ਨੂੰ ਹੁਣ ਅਸੀਂ ਖੁਦ ਮੁਖਤਿਆਰੀ ਤੋਂ ਗਲੋਂ ਲਾ ਦਈਏ ਜਾਂ ਆਜ਼ਾਦੀ ਦੇ ਨਾਲ ਲਾ ਦਈਏ, ਲਾਵਾਂਗੇ। ਕਿੱਥੇ ਜਾ ਕੇ ਖੜਾਂਗੇ ਦੇਖਾਂਗੇ, ਇਹਦਾ ਸਮਾਂ ਦੱਸੂ ਕਿੱਥੇ ਖੜਾਂਗੇ ਜਾ ਕੇ। ਵਕੀਲ ਦੀਪ ਸਿੱਧੂ ਨੇ ਕਿਸਾਨੀ ਲੜਾਈ ਤੇ ਬੋਲਦਿਆਂ ਕਿਹਾ ਕਿ ਇਸ ਨੂੰ ਸਿਆਸੀ ਧਿਰ ਤੋਂ ਬਗੈਰ ਨਹੀਂ ਲੜਿਆ ਜਾ ਸਕਦਾ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੇਂਦਰ ਵਿਰੁੱਧ ਟੱਕਰ ਨਹੀਂ ਲੈ ਸਕਦੀਆਂ। ਦੀਪ ਸਿੱਧੂ ਵੱਲੋਂ ਕੈਪਟਨ ਦੀ ਸਰਕਾਰ ਸਣੇ ਬਾਕੀ ਪਾਰਟੀਆਂ ਤੇ ਵੀ ਕਿਸਾਨੀ ਲੜਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ। ਦੀਪ ਸਿੱਧੂ ਨੇ ਮੋਰਚੇ ਦੌਰਾਨ ਪੰਜਾਬ 'ਚ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਗੱਲ ਵੀ ਆਖੀ। ਇੱਥੇ ਬੈਠੇ ਆਪਾਂ, ਅੱਜ ਮੈਂ ਗੱਲ ਕਰ ਰਿਹਾ ਵੀ ਮਾੜੀ ਮੋਟੀ ਸੋਧ ਭਲਾ ਸਰਕਾਰ ਦੇ, ਪਰ ਸਰਕਾਰ ਨੇ ਕੁਛ ਨਹੀਂ ਦੇਣਾ। ਇਸ ਕਿਸਾਨੀ ਘੋਲ 'ਚੋਂ ਕੁਛ ਨਹੀਂ ਨਿਕਲਦਾ ਦਿਖ ਰਿਹਾ ਕਿਸਾਨਾਂ ਨੂੰ ਵੀ, ਉਹਨਾਂ ਜਥੇਬੰਦੀਆਂ ਨੂੰ ਵੀ। ਕਿਉਂਕਿ ਨਾਲ ਇੱਕ ਪੋਲੀਟੀਕਲ ਲੜਾਈ ਲੜਨ ਵਾਲੀ, ਸਿਆਸੀ ਲੜਾਈ ਲੜਨ ਵਾਲੀ ਧਿਰ ਹੀ ਹੈ ਨਹੀਂ। ਸਭ ਤੋਂ ਵੱਡੀ ਖਤਾ ਇੱਥੇ ਖਾ ਰਹੇ ਹਾਂ ਅਸੀਂ। ਅੱਜ ਜੇ ਕਿਤੇ ਕੈਪਟਨ ਸਾਹਿਬ ਲੈ ਜਾਂਦੇ ਨਾ ਸਟੈਂਡ ਵੀ ਮੇਰੇ ਸਟੇਟ 'ਚ ਵੜ ਕੇ ਦਿਖਾਓ ਹੁਣ ਤੁਸੀਂ ਸੈਂਟਰ ਦਾ ਕੋਈ ਬੰਦਾ, ਜਦੋਂ ਤੱਕ ਸਾਨੂੰ ਹੱਲ ਨਹੀਂ ਦਿੰਦੇ, ਆ ਜਾਓ, ਕੋਈ ਨਹੀਂ। ਤੁਹਾਨੂੰ ਲੱਗਦਾ ਕਿਤੇ ਗੱਲ ਨਹੀਂ ਹੋਣੀ ਸੀ? ਤੁਹਾਡੀ ਪੰਜਾਬ ਦਾ ਮਸਲਾ, ਸਾਰੇ ਪੰਜਾਬ ਦਾ, ਲੋਕ ਸੜਕਾਂ ਤੇ ਆ ਤੇ ਸਰਕਾਰ ਕਿਹਨੇ ਚੁਣੀ ਆ? ਲੋਕਾਂ ਨੇ। ਪੰਜਾਬ ਸਰਕਾਰ ਜਿਹਨੂੰ ਆਪਾਂ ਕਹਿੰਦੇ ਆ, ਕਿਉਂ ਨਹੀਂ ਸਟੈਂਡ ਲਿਆ? ਕਿਉਂ ਨਹੀਂ ਸਟੈਂਡ ਕਿਸੇ ਹੋਰ ਪਾਰਟੀ ਨੇ ਲਿਆ? ਇਹੀ ਸਟੈਂਡ ਲੈਣ ਵਾਲੀ ਸਾਨੂੰ ਸਿਆਸਤ ਖੜੀ ਕਰਨੀ ਪੈਣੀ ਆ, ਜਿਹੜੀ ਕੱਲ ਨੂੰ ਜਦੋਂ ਕੋਈ ਸੰਘਰਸ਼ ਪੰਜਾਬ ਦੇ ਲੋਕ ਵਿੱਢਣ, ਉਹ ਕਹਿਣ ਨਾਲ ਖੜੇ ਆ, ਸਟੇਟ 'ਚ ਵੜ ਕੇ ਦਿਖਾਇਓ ਤੁਸੀਂ, ਦੇਖਦੇ ਆ ਕਿਹੜਾ ਵੜਦਾ, ਕਿਹੜਾ ਲੀਡਰ ਸੈਂਟਰ ਦਾ ਵੜਦਾ ਸਟੇਟ 'ਚ। ਇਹ ਕਹਿੰਦੇ ਆ ਨਾ ਅਸਤੀਫਾ ਜੇਬ 'ਚ ਲਾ ਕੇ ਪਾ ਕੇ ਬੈਠੇ ਆ, ਉਹ ਤਾਂ ਸਾਨੂੰ ਫੇਰ ਜਿਹੜੇ ਮਾਨਸਿਕਤਾ ਨੂੰ ਉਲਝਾਉਣ ਵਾਲੇ ਬਿਆਨ ਹੁੰਦੇ ਆ। ਜੇ ਜੇਬ 'ਚ ਪਾਏ ਹੁੰਦੇ ਫਿਰ ਇਹ ਕਹਿਣਾ ਸੀ ਵੀ ਜੀ ਪੰਜਾਬ ਸਰਕਾਰ ਹੁਣ ਤੁਸੀਂ ਲਾ ਕੇ ਦਿਖਾਓ ਰਾਸ਼ਟਰਪਤੀ ਰਾਜ, ਅਸੀਂ ਵੀ ਦੇਖਦੇ ਹਾਂ। ਸਾਡੇ ਕੋਲੇ ਸਾਡੀ ਪੁਲਿਸ ਹੈ ਨਹੀਂ, ਸਾਡੇ ਕੋਲੇ ਸਾਡੇ ਹੋਰ ਆਰਗੇਨਾਈਜੇਸ਼ਨਸ ਹੈ ਨਹੀਂ, ਲੜੂਗਾ ਪੰਜਾਬ, ਪਰ ਇਹੋ ਜਿਹਾ ਲੀਡਰ ਹੀ ਹੈ ਨਹੀਂ ਸਾਡੇ ਕੋਲੇ ਕੋਈ। ਜਦੋਂ ਤੱਕ ਕਿਸਾਨਾਂ ਦੇ ਨਾਲ ਇਹੋ ਜਿਹਾ ਕੋਈ ਲੀਡਰ ਖੜਾ ਨਹੀਂ ਹੁੰਦਾ, ਉਦੋਂ ਤੱਕ ਜੇ ਅਸੀਂ ਕਹੀਏ ਕਿਸਾਨਾਂ ਦੇ ਮਸਲੇ 'ਚ ਜਾਂ ਕਿਸੇ ਹੋਰ ਮਸਲੇ 'ਚ ਸਾਨੂੰ ਹੱਲ ਮਿਲ ਜੂਗਾ, ਸਾਨੂੰ ਹੱਲ ਨਹੀਂ ਮਿਲਣਾ। ਇਸ ਸੱਚ ਨੂੰ ਸਮਝ ਲਈਏ ਅਸੀਂ। ਇਸੇ ਕਰਕੇ ਤਾਂ ਮੈਂ ਕਹਿ ਰਿਹਾ ਗੁਲਾਮ ਆ ਅਸੀਂ। ਗੁਲਾਮਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਹੁੰਦੇ, ਗੁਲਾਮਾਂ ਨੂੰ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ, ਉਹਨਾਂ ਤੇ ਮਾਲਾ ਸਿੱਟੀ ਜਾਂਦੀਆਂ ਇੱਕ ਤੇ ਆਪਦੇ ਉਹਦੇ 'ਚ ਮੋਤੀ ਜੇ ਵੰਡ ਕੇ ਆਪਦੀਆਂ ਜੇਬ 'ਚ ਪਾ ਕੇ ਉਹ ਘਰਾਂ ਨੂੰ ਤੁਰ ਜਾਂਦੇ ਆ। ਹੁਣ ਇਹ ਅਸੀਂ ਡਿਸਾਈਡ ਕਰ ਲਈਏ ਵੀ ਅਸੀਂ ਖੁਰਾਕਾਂ ਲੈਣੀਆਂ ਕਿ ਹੱਕ ਲੈਣੇ ਆ। ਜੇ ਹੱਕ ਲੈਣੇ ਆ ਤਾਂ ਫਿਰ ਲੜਾਈ ਲੜੋ, ਆ ਜਾਓ ਫਿਰ ਮੈਦਾਨ 'ਚ। ਤੇ ਜਿਹੜੀ ਗੱਲ ਆ, ਗੱਲ ਹੁਣ ਖਾਲਿਸਤਾਨ ਤੇ ਵਾਪਸ ਆਉਣੇ ਆ। ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਤੋਂ ਮੈਨੂੰ ਪ੍ਰੋਬਲਮ ਨਹੀਂ ਆ,
ਪਰ ਉਹ ਭਾਸ਼ਾ ਨੇ ਸਾਨੂੰ ਪਿਛਲੇ 30-35 ਸਾਲਾਂ 'ਚ ਕੁਛ ਨਹੀਂ ਦਿੱਤਾ। ਇੱਕ ਕਾਰਨਰ ਤੇ ਲਿਆ ਕੇ ਖੜਾ ਕਰ ਦਿੰਦੀ ਆ ਉਹ ਭਾਸ਼ਾ। ਬਾਕੀ ਸਾਰੇ ਵਰਗ ਸਾਡੇ ਤੋਂ ਟੁੱਟ ਜਾਂਦੇ ਆ। ਸਾਡੇ ਹਿੰਦੂ ਸਾਡੇ ਤੋਂ ਟੁੱਟ ਜਾਂਦੇ ਆ, ਸਾਡੇ ਦਲਿਤ ਸਾਡੇ ਤੋਂ ਟੁੱਟ ਜਾਂਦੇ ਆ, ਸਾਡੇ ਮੁਸਲਮਾਨ ਵੀ ਸਾਡੇ ਤੋਂ ਟੁੱਟ ਜਾਂਦੇ ਆ। ਉਹ ਕਹਿੰਦੇ ਇਹ ਤਾਂ ਫੈਨੈਟਿਕ ਹੋ ਗਏ। ਹਾਲਾਂਕਿ ਉਹ ਗੱਲ ਫੈਨੈਟਿਕ ਦੀ ਨਹੀਂ ਆ, ਪਰ ਇਹ ਇੱਕ ਮਾਨਸਿਕਤਾ ਬਣ ਗਈ ਆ। ਇਸ ਕਰਕੇ ਸਾਨੂੰ ਭਾਸ਼ਾ ਬਦਲਣੀ ਪਊਗੀ। ਅਰਥ ਚਾਹੇ ਉਹੀ ਰੱਖ ਲਈਏ, ਸਾਨੂੰ ਨਵੀਂ ਭਾਸ਼ਾ ਕੱਢਣੀ ਪਊਗੀ ਜਿਹੜੀ ਭਾਸ਼ਾ ਹਰ ਕਿਸੇ ਨੂੰ, ਸਾਡੇ ਹਰ ਵਰਗ ਨੂੰ ਸਮਝ ਆਵੇ। ਸਾਡੇ ਹਿੰਦੂ ਨੂੰ ਵੀ ਸਮਝ ਆਵੇ, ਸਾਡੇ ਮੁਸਲਮਾਨ ਨੂੰ ਵੀ ਸਮਝ ਆਵੇ, ਸਾਡੇ ਹੋਰ ਵੀ ਵਰਗਾਂ ਨੂੰ ਉਹ ਭਾਸ਼ਾ ਸਮਝ ਆਵੇ ਕਿ ਇਕੱਲੀ ਆਪਾਂ ਸਿੱਖਾਂ ਤੱਕ ਹੀ ਭਾਸ਼ਾ ਰੱਖਣੀ ਆ। ਇਹ ਤੁਸੀਂ ਆਪ ਡਿਸਾਈਡ ਕਰ ਲਓ। ਜੇ ਇਕੱਲੀ ਸਿੱਖਾਂ ਤੱਕ ਭਾਸ਼ਾ ਰੱਖਣੀ ਆਪਾਂ ਉਹ ਬੋਲ ਲੈਂਦੇ ਆ, ਜਿਸ ਹਰ ਵਰਗ ਨੂੰ ਸਮਝ ਆਉਣ ਵਾਲੀ ਭਾਸ਼ਾ ਬੋਲਣੀ ਆ ਤਾਂ ਉਹ ਬੋਲ ਲੈਂਦੇ ਆ। ਇਹ ਤਾਂ ਸੰਗਤ ਡਿਸਾਈਡ ਕਰ ਲੇ, ਫਿਰ ਮੈਨੂੰ ਜਿਵੇਂ ਹੁਕਮ ਲਾਉਣਗੇ ਉਵੇਂ ਕਰ ਲਾਂਗੇ ਆਪਾਂ। ਦੱਸ ਦਈਏ ਕਿ 4 ਅਕਤੂਬਰ ਤੋਂ ਸ਼ੰਭੂ ਬੈਰੀਅਰ ਤੇ ਕੇਂਦਰ ਖਿਲਾਫ ਮੋਰਚਾ ਲਾਇਆ ਗਿਆ ਹੈ, ਜਿਸ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਹੋ ਕੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਸ਼ੰਭੂ ਮੋਰਚੇ ਦੀ ਅਗਵਾਈ ਅਦਾਕਾਰ ਦੀਪ ਸਿੱਧੂ ਵੱਲੋਂ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਮੋਰਚੇ ਦਾ ਮਕਸਦ ਮਹਿਜ ਕਿਸਾਨੀ ਮੰਗਾਂ ਹੀ ਨਹੀਂ ਸਗੋਂ ਪੰਜਾਬ ਦੀ ਹੋਂਦ ਨੂੰ ਬਚਾਉਣਾ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।